ਵਪਾਰੀਆਂ ਦੀ ਮੀਟਿੰਗ ਇੱਥੇ ਚੱਲ ਰਹੀ ਹੈ। ਪੰਕਜ ਨਰੂਲਾ ਜੋ ਕਿ ਅਬੋਹਰ ਵਪਾਰ ਮੰਡਲ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਤੇ ਹੁਣ ਪੰਕਜ ਨਰੂਲਾ ਜੀ ਜਿਹੜੇ ਕਿ ਆਪਣੀ ਕਾਰਜਕਾਰਨੀ ਦਾ ਵਿਸਤਾਰ ਕਰਨ ਜਾ ਰਹੇ ਆ, ਇਸ ਵਕਤ ਸੰਬੋਧਨ ਕਰ ਰਹੇ ਨੇ ਵਪਾਰੀਆਂ ਨੂੰ। ਤੁਸੀਂ ਦੇਖ ਰਹੇ ਹੋ ਲਾਈਵ ਉਦਿਆਨ ਐਕਸਪ੍ਰੈਸ ਉੱਪਰ ਕਿ ਅੱਜ ਅਬੋਹਰ ਸ਼ਹਿਰ ਦੇ ਵਿੱਚ ਵਪਾਰ ਇਹ ਵੀ ਗੱਲ ਕਰਦੇ ਆ ਕਿ ਵਪਾਰ ਮੰਡਲ ਦੇ ਇੱਕ ਤਰਫ ਚੋਣਾਂ ਚੱਲ ਰਹੀਆਂ ਨੇ, ਦੂਜੀ ਤਰਫ ਪੰਕਜ ਨਰੂਲਾ ਦੁਆਰਾ ਗਠਿਤ ਜਿਹੜਾ ਵਪਾਰ ਮੰਡਲ ਹੈ ਉਸ ਦੀ ਕਾਰਜਕਾਰਨੀ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਗੱਲ ਤਾਂ ਕਲੀਅਰ ਹੈ ਕਿ ਅਬੋਹਰ ਦੇ ਵਪਾਰੀ ਸਾਫ਼ ਸੁਥਰਾ ਵਪਾਰ ਮੰਡਲ ਚਾਹੁੰਦੇ ਆ। ਵਪਾਰੀ ਆਪਣਾ ਕੰਮ ਕਰਨਾ ਚਾਹੁੰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਪਾਰ ਮੰਡਲ ਦੀ ਕਮੇਟੀ ਦੇ ਰੂਬਰੂ ਹੋਣ ਤੋਂ ਪਹਿਲਾਂ ਇਹ ਵਿਸ਼ਵਾਸ ਦਿਵਾਉਣਾ ਕਿ ਅਬੋਹਰ ਦਾ ਵਪਾਰ ਮੰਡਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਿਸਾਲ ਕਾਇਮ ਕਰੇਗਾ। ਅਬੋਹਰ ਦੇ ਵਪਾਰੀ ਸ਼ਾਨ ਨਾਲ ਕਹਿ ਸਕਣਗੇ, ਕਿੱਥੇ ਵੀ ਜਾਣਗੇ, ਵੀ ਅਸੀਂ ਅਬੋਹਰ ਦੇ ਵਿੱਚ ਵਪਾਰ ਕਰਦੇ ਹਾਂ ਜੀ, ਅਸੀਂ ਅਬੋਹਰ ਦੇ ਵਪਾਰੀ ਹਾਂ। ਵਪਾਰੀਆਂ ਨੂੰ ਸਮੱਸਿਆ ਜੋ ਆਉਂਦੀ ਹੈ, ਉਹ ਸਮੱਸਿਆ ਖਾਸ ਕਰ ਜਿਹੜੇ ਮਹਿਕਮੇ ਦੇ ਭ੍ਰਸ਼ਟ ਲੋਕ ਹੁੰਦੇ ਨੇ, ਭ੍ਰਸ਼ਟ ਅਫਸਰ ਹੁੰਦੇ ਨੇ, ਉਹਨਾਂ ਤੋਂ ਆਉਂਦੀ ਹੈ। ਤੇ ਜਿਵੇਂ ਕਿ ਸਾਡੀ ਸਰਕਾਰ ਦੇ ਦਿਸ਼ਾ ਨਿਰਦੇਸ਼ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਅਸੀਂ ਬਹੁਤ ਮੀਟਿੰਗਾਂ ਕੀਤੀਆਂ, ਇਲੈਕਸ਼ਨ ਤੋਂ ਪਹਿਲੇ ਵੀ ਬਹੁਤ ਮੀਟਿੰਗਾਂ ਕੀਤੀਆਂ ਵਪਾਰੀਆਂ ਨਾਲ। ਉਹਦੇ ਵਿੱਚ ਅਸੀਂ ਹਰ ਗੱਲ ਨੂੰ ਜਦੋਂ ਵੀ ਕਰਦੇ ਸੀ ਇੱਕ ਗੱਲ ਮੁੱਖ ਰੱਖਦੇ ਸੀ ਕਿ ਅਸੀਂ ਭ੍ਰਸ਼ਟਾਚਾਰ ਮੁਕਤ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੇਣਾ ਹੈ। ਪਿਛਲੇ 5-6 ਮਹੀਨਿਆਂ ਦੇ ਵਿੱਚ ਤੁਸੀਂ ਸਾਰਿਆਂ ਨੇ ਇਸ ਗੱਲ ਨੂੰ ਮਹਿਸੂਸ ਵੀ ਕੀਤਾ ਹੋਣਾ, ਵਪਾਰੀਆਂ ਨੇ ਵੀ ਕੀਤਾ ਹੋਣਾ, ਆਮ ਵਰਗ ਨੇ ਵੀ ਕੀਤਾ ਹੋਣਾ ਕਿ ਭ੍ਰਸ਼ਟਾਚਾਰ ਦੀ ਜਿਹੜੀ ਨਕੇਲ ਹੈ ਉਹ ਵਾਵਾ ਹੱਦ ਤੱਕ ਕੱਸੀ ਗਈ ਹੈ। ਅਫਸਰ ਨੇ ਜਿਹੜੇ ਉਹ ਹੁਣ ਖੁੱਲ ਕੇ ਪੈਸਾ ਨਹੀਂ ਮੰਗਦੇ। ਥਾਣਿਆਂ ਵਿੱਚ, ਕਚਹਿਰੀ ਵਿੱਚ, ਕਿਸੇ ਵੀ ਡਿਪਾਰਟਮੈਂਟ ਸਰਕਾਰੀ ਅਦਾਰੇ ਦੇ ਵਿੱਚ ਭ੍ਰਸ਼ਟਾਚਾਰ ਦੀ ਗੱਲ ਵੀ ਨਹੀਂ ਹੁੰਦੀ ਹੈ। ਮੈਂ ਨਹੀਂ ਕਹਿੰਦਾ ਕਿ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਖਤਮ ਹੋ ਗਿਆ ਹੈ, ਲੇਕਿਨ ਉਸ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਖਤਮ ਕਰਨਾ। ਮੈਂ ਇਕੱਲਾ ਦੇਖੋ ਕੁਝ ਵੀ ਨਹੀਂ ਹੈਗਾ, ਪਰ ਇੱਕ ਪੁਰਾਣੀ ਕਹਾਵਤ ਹੈ ਕਿ 1 ਤੇ 1 11 ਹੋ ਜਾਂਦੇ ਨੇ, 1 ਤੇ 1 2 ਨਹੀਂ ਹੁੰਦੇ, 1 ਤੇ 1 11 ਹੋ ਜਾਂਦੇ ਨੇ। ਤੇ ਮੈਂ ਅਬੋਹਰ ਸ਼ਹਿਰ ਦੇ ਸਾਰੇ ਵਪਾਰੀ ਭਾਈਆਂ ਤੋਂ ਸਿਰਫ ਇੱਕੋ ਹੀ ਸਹਿਯੋਗ ਮੰਗਦਾ ਕਿ ਮੈਨੂੰ ਤੁਹਾਡਾ ਸਿਰਫ ਸਾਥ ਚਾਹੀਦਾ ਹੈ, ਤੁਹਾਡਾ ਪਿਆਰ ਚਾਹੀਦਾ ਹੈ, ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਤੇ ਸਭ ਤੋਂ ਜ਼ਰੂਰੀ, ਕਿਉਂਕਿ ਮੇਰੇ ਲਈ ਵਪਾਰ ਮੰਡਲ ਨੂੰ ਚਲਾਉਣਾ ਇੰਨਾ ਸੌਖਾ ਨਹੀਂ ਹੋਏਗਾ, ਉਸ ਲਈ ਮੈਨੂੰ ਤੁਹਾਡੇ ਸਾਰਿਆਂ ਦਾ ਮਾਰਗਦਰਸ਼ਨ ਵੀ ਬਹੁਤ ਜ਼ਰੂਰੀ ਹੈ। ਮੈਨੂੰ ਆਪਦਾ ਭਰਾ, ਆਪਦਾ ਬੱਚਾ ਸਮਝ ਕੇ ਮੈਨੂੰ ਜਿੱਥੇ ਵੀ ਤੁਹਾਨੂੰ ਲੱਗੇ ਕਿ ਪੰਕਜ ਆਪਾਂ ਨੂੰ ਇਸ ਚੀਜ਼ ਤੇ ਸੁਧਾਰ ਕਰਨ ਦੀ ਲੋੜ ਹੈ, ਆਪਾਂ ਨੂੰ ਵਪਾਰ ਦੇ ਫਾਇਦੇ ਲਈ ਇਹ ਕੁਝ ਕਰਨ ਦੀ ਲੋੜ ਹੈ, ਜਾਂ ਵਪਾਰੀਆਂ ਦੇ ਫਾਇਦੇ ਲਈ ਆਪਾਂ ਨੂੰ ਇਹ ਕਰਨ ਦੀ ਲੋੜ ਹੈ, ਬੇਝਿਜਕ ਤੁਸੀਂ ਮੈਨੂੰ ਆਪਦਾ ਵਿਚਾਰ ਦੇ ਸਕਦੇ ਹੋ ਤੇ ਅਸੀਂ ਸਾਰੇ ਮਿਲ ਕੇ, ਆਪਾਂ ਸਾਰੇ ਮਿਲ ਕੇ ਉਸ ਤੇ ਅਮਲ ਵੀ ਕਰਾਂਗੇ। ਸਾਡੇ ਬਜਾਜ ਸਾਹਿਬ ਨੇ ਬਹੁਤ ਗਹਿਰੀ ਗੱਲ ਕੀਤੀ, ਬਹੁਤ ਡੂੰਘੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਆਪਾਂ ਵਿਸ਼ਵਾਸ ਵੀ ਦਿਵਾਉਣਾ ਬਹੁਤ ਜ਼ਰੂਰੀ ਹੈ ਕਿ ਦੀਵਾਲੀ ਆਉਣ ਲੱਗੀ ਹੈ। ਦੀਵਾਲੀ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਇੱਕ ਟ੍ਰੈਂਡ ਜਿਹਾ ਚੱਲਿਆ ਹੁੰਦਾ, ਆਪਾਂ ਦੇਖਦੇ ਹੀ ਹਾਂ, ਚਾਹੇ ਉਹ GST ਮਹਿਕਮੇ ਦੇ ਬੰਦੇ ਹੋਣ, ਚਾਹੇ ਉਹ ਮਾਰਕੀਟ ਕਮੇਟੀ ਦੇ ਹੋਣ, ਚਾਹੇ ਉਹ ਨਗਰ ਨਿਗਮ ਦੇ ਹੋਣ, ਜਾਂ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ, ਇੱਕ ਕਲਚਰ ਚੱਲਿਆ ਹੋਇਆ ਦੀਵਾਲੀ ਗਿਫਟ ਦਾ, ਵਪਾਰੀਆਂ ਨੂੰ ਤੰਗ ਕਰਨ ਦਾ, ਗੁੰਡਾ ਟੈਕਸ ਲੈਣ ਦਾ, ਧੱਕੇ ਕਰਨ ਦਾ।
ਤਾਂ ਬਜਾਜ ਸਾਹਿਬ, ਅੱਜ ਤੁਹਾਡੇ ਸਮਕਸ਼ ਮੈਂ ਆਪਣੇ ਅਬੋਹਰ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਇੱਕ ਵਿਸ਼ਵਾਸ ਦਵਾ ਕੇ ਜਾਣਾ ਕਿ ਜੇਕਰ ਕੋਈ GST ਮਹਿਕਮੇ ਵਾਲਾ, ਜੇ ਕੋਈ ਕਮੇਟੀ ਦਾ ਬੰਦਾ, ਜੇਕਰ ਕੋਈ ਨਗਰ ਕੌਂਸਲ ਦਾ ਬੰਦਾ ਤੇ ਜੇਕਰ ਕੋਈ ਪੁਲਿਸ ਦਾ ਬੰਦਾ ਤੁਹਾਨੂੰ ਆ ਕੇ ਦੀਵਾਲੀ ਦੇ ਨਾਂ ਤੇ ਤੁਹਾਡੇ ਤੋਂ ਗਿਫਟ ਮੰਗੇ, ਤੁਹਾਨੂੰ ਤੰਗ ਕਰੇ, ਤੁਹਾਨੂੰ ਪਰੇਸ਼ਾਨ ਕਰੇ, ਤੁਹਾਡੇ ਤੋਂ ਰਿਸ਼ਵਤ ਮੰਗੇ, ਮੇਰਾ ਨੰਬਰ ਆਪਦੇ ਮੋਬਾਈਲ ਨੰਬਰ ਤੇ ਫੀਡ ਕਰ ਲਿਆ ਜੇ ਤੇ ਇੱਕ ਗੱਲ ਕਰ ਲਿਆ ਜੇ ਕਿ ਆ ਗੱਲ ਬੜੇ ਪੰਕਜ ਨਰੂਲੇ ਨਾਲ ਇਹਨਾਂ ਨੂੰ ਫੋਨ ਕਰਨਾ ਕਰ ਦਿਆਂਗੇ ਉਹਨਾਂ ਨੂੰ ਤੇ ਕਿ कैसे ਮੰਗਣੇ ਦਾ ਦੂਰ ਉਹ ਤੁਹਾਨੂੰ ਦੁਬਾਰਾ ਦੇਖਣਗੇ ਨਹੀਂ। ਇਹ ਵੀ ਸਾਡੀ ਪਾਰਟੀ ਦਾ ਏਮ ਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਨੀਂਹ ਰੱਖਣੀ ਹੈ ਤੇ ਉਹਨੂੰ ਅੱਗੇ ਲੈ ਕੇ ਜਾਣਾ ਹੈ। मैं ਵਪਾਰੀਆਂ ਦੇ ਲਈ ਬਹੁਤ ਜ਼ਿਆਦਾ ਸੋਚਦਾ ਕਿ ਦਿਨ ਬ ਦਿਨ ਸ਼ਹਿਰ ਦੇ ਵਿੱਚ ਆਪਣੇ ਅਬੋਹਰ ਸ਼ਹਿਰ ਦਾ ਮੈਨੂੰ ਯਾਦ ਆ ਜਾਂਦਾ ਹੈ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਆਪਣੇ ਬਹੁਤ ਵੱਡੀਆਂ ਸਪਿਨਿੰਗ ਮਿਲ, ਭਵਾਨੀ ਕਾਟਨ ਮਿਲ ਹੁੰਦੀ ਸੀ। ਮੈਂ ਅਕਸਰ ਜ਼ਿਕਰ ਕਰਦਾ ਇੰਡਸਟਰੀਆਂ ਹੁੰਦੀਆਂ ਸੀ, ਲਗਭਗ 25 ਕੇ 27 ਕਾਟਨ ਫੈਕਟਰੀਆਂ ਹੁੰਦੀਆਂ ਸੀ, 18-20 ਆਇਲ ਮਿਲਾਂ ਹੁੰਦੀਆਂ ਸੀ। ਕਿਉਂਕਿ ਮੇਰਾ ਵਪਾਰ ਹੈ, ਮੈਂ ਇੱਕ ਟ੍ਰੇਡ ਦਾ ਵਪਾਰੀ ਹਾਂ, ਮੈਂ ਟ੍ਰੇਡ ਕਰਦਾ, ਮੇਰੀ ਫਰਮ ਵੀ ਹੈ, ਮੈਂ ਕਮਿਸ਼ਨ ਦਾ ਕੰਮ ਵੀ ਕਰਦਾ ਸੀ। ਮੇਰਾ ਵਪਾਰ ਫੈਕਟਰੀ ਵਾਲਿਆਂ ਨਾਲ ਤੇ ਮਾਰਕੀਟ ਬਾਜ਼ਾਰ ਨੰਬਰ 4, ਬਾਜ਼ਾਰ ਨੰਬਰ 9 ਦੇ ਵਿੱਚ ਮੇਰਾ ਕੰਮ ਸੀ। ਡੇ ਬਾਈ ਡੇ ਧੀਰੇ ਵਪਾਰ ਘਟਦਾ ਗਿਆ। ਵਧਾਉਣ ਦੀਆਂ, ਵਪਾਰ ਨੂੰ ਅੱਗੇ ਲਿਜਾਣ ਦੀਆਂ ਗੱਲਾਂ ਹਰ ਸ਼ਖਸ ਨੇ ਕੀਤੀਆਂ, ਪਰ ਜਿਹੜਾ ਵਪਾਰ ਅਬੋਹਰ ਸ਼ਹਿਰ ਦੇ ਵਿੱਚ ਚੱਲਦਾ ਸੀ ਉਹ ਦਿਨੋਂ ਦਿਨ ਖਤਮ ਹੋ ਰਿਹਾ ਸੀ, ਉਹਨੂੰ ਬਚਾਉਣ ਦੀ ਗੱਲ ਕਿਸੇ ਨੇ ਨਹੀਂ ਕੀਤੀ। ਉਹਦਾ ਰਿਜ਼ਲਟ ਕੀ ਆਇਆ ਕਿ ਸਾਡੇ ਸ਼ਹਿਰ ਦੀਆਂ 2 ਵੱਡੀਆਂ ਫੈਕਟਰੀਆਂ, ਸਪਿਨਿੰਗ ਮਿਲਾਂ, ਭਵਾਨੀ ਕਾਟਨ ਮਿਲ ਤੇ ਸਪਿਨਿੰਗ ਮਿਲ ਤੇ ਹੋਰ ਫੈਕਟਰੀਆਂ ਬੰਦ ਹੋ ਗਈਆਂ। ਕਰੋੜਾਂ ਰੁਪਏ ਦਾ ਜਿਹੜਾ ਹਰ ਮਹੀਨੇ ਸੈਲਰੀ ਮਿਲਦੀ ਸੀ ਮਜ਼ਦੂਰਾਂ ਨੂੰ, ਉਹ ਬਿਲਕੁਲ ਸ਼ਹਿਰ ਦੇ ਵਿੱਚ ਪੈਸੇ ਦੀ ਘਾਟ ਹੋ ਗਈ, ਕਿਉਂਕਿ ਉਹ ਸਾਰਾ ਪੈਸਾ 1 ਤੋਂ 10 ਤਰੀਕ ਦੇ ਵਿੱਚ ਬਾਜ਼ਾਰ ਵਿੱਚ ਹੀ ਆਉਂਦਾ ਸੀ। ਉਹ ਸਾਰੇ ਮਜ਼ਦੂਰ ਭਰਾ ਜਿਹੜੇ ਵੀ ਸੀ ਉਹ ਸਾਰੇ ਉੱਥੇ ਬਾਜ਼ਾਰ ਦੇ ਵਿੱਚ ਹੀ ਉਹਦੀ ਪਰਚੇਜ਼ ਕਰਦੇ ਸੀ ਤੇ ਪੈਸੇ ਦਾ ਸਰਕਲ ਬਹੁਤ ਵੱਡਾ ਚੱਲਦਾ ਸੀ, ਜਿਹੜਾ ਕਿ ਅੱਜ ਪੈਸੇ ਦੀ ਤੰਗੀ ਹੈ। ਮੈਂ ਪਿਛਲੇ ਦਿਨੀ ਇੱਕ ਮੰਗ ਪੱਤਰ ਵੀ ਦੇ ਕੇ ਆਇਆ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਦੋਂ ਅਸੀਂ ਮਿਲੇ ਕਿ ਸਾਡੇ ਸ਼ਹਿਰ ਦੇ ਵਪਾਰ ਨੂੰ ਲੈ ਕੇ ਘੱਟੋ ਘੱਟ ਸਾਨੂੰ ਇੱਕ ਸਪਿਨਿੰਗ ਮਿਲ ਦੁਬਾਰਾ ਇੱਥੇ ਸਥਾਪਿਤ ਕੀਤੀ ਜਾਏ, ਕਿਉਂਕਿ ਸਾਡੀ ਇੱਥੇ ਕੋਟਨ ਦੀ ਬੈਲਟ ਹੈ। ਤੇ ਮੈਂ ਬਹੁਤ ਜਲਦੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਨੂੰ ਮੈਂ ਇੱਥੇ ਬਹੁਤ ਜਲਦੀ ਰਿਪੋਰਟ ਲੈ ਕੇ ਆਇਆ ਤਾਂ ਕਿ ਆਪਾਂ ਨੂੰ ਇੱਕ ਸਪਿਨਿੰਗ ਮਿਲ ਦੀ ਸੌਗਾਤ ਮਿਲੇ ਜਿਹਦੇ ਨਾਲ ਆਪਣਾ ਵਪਾਰ ਬਹੁਤ ਵਧੀਆ ਚੱਲੇ। ਮੈਨੂੰ ਤੁਹਾਡੇ ਸੁਝਾਅ ਮਿਲਦੇ ਰਹਿਣਗੇ, ਮੈਂ ਇਸ ਚੀਜ਼ ਦੀ ਵੀ ਉਮੀਦ ਕਰਦਾ ਕਿ ਮੇਰੇ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜਿਆ ਜੇ। ਆਪਾਂ ਸਾਰੇ ਰਲ ਮਿਲ ਕੇ ਸ਼ਹਿਰ ਦੇ ਵਪਾਰ ਦੀ, ਸ਼ਹਿਰ ਦੇ ਵਪਾਰੀਆਂ ਦੀ ਤੇ ਸ਼ਹਿਰ ਦੇ ਚੰਗੇ ਕੰਮਾਂ ਨੂੰ ਨਾਲ ਲੈ ਕੇ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ। ਇਹ ਉਮੀਦ ਕਰਦਾ ਸ਼ਹਿਰ ਵਿੱਚ ਕਿਸੇ ਵੀ ਵਪਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ, ਚਾਹੇ ਉਹ ਬਾਜ਼ਾਰ ਨੂੰ ਲੈ ਕੇ ਹੋਵੇ, ਚਾਹੇ ਉਹ ਵਪਾਰ ਨੂੰ ਲੈ ਕੇ ਹੋਵੇ, ਫੋਕਲ ਪੁਆਇੰਟ ਨੂੰ ਲੈ ਕੇ ਹੋਵੇ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਮੱਸਿਆ ਹੋਵੇ ਤਾਂ ਪਲੀਜ਼ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ। ਹੁਣ ਜਿਸ ਪਿੱਛੇ ਮੀਟਿੰਗ ਰੱਖੀ ਗਈ ਹੈ ਉਸ ਦੀ ਕਾਰਵਾਈ ਅੱਗੇ ਤੋਰਦੇ ਹੋਏ ਮੈਂ ਰੂਬਰੂ ਕਰਨਾ ਚਾਹਾਂਗਾ ਵਪਾਰ ਮੰਡਲ ਦੀ ਟੀਮ ਨਾਲ। ਹੋ ਸਕਦਾ ਹੈ ਇਹ ਉਹ ਚਿਹਰੇ ਨਾ ਹੋਣ ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਵਪਾਰ ਮੰਡਲ ਦੇ ਵਿੱਚ ਦੇਖਿਆ ਹੋਵੇ। ਹੋ ਸਕਦਾ ਹੈ ਕਿ ਉਹ ਸ਼ਖਸੀਅਤ ਬਹੁਤ ਵੱਡਾ ਚਿਹਰਾ ਨਾ ਹੋ ਸਕਦਾ ਹੈ ਕਿ ਉਹ ਬਹੁਤ ਪੈਸੇ ਵਾਲੇ ਨਾ ਹੋਣ।
लेकिन एक गल यकीनी है कि जिहड़ी टीम ਅਸੀਂ बना के चले हैं ते तुहाडे सामने रख रहे हैं वो सारी दी सारी अबोहर दे व्यापार दे व्यापारियों ਲਈ ਤੇ अबोहर ਦੇ ਭਲੇ ਲਈ ਕੰਮ ਕਰੇਗੀ। ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ। किसी भी व्यापार मंडल को चलाने ਲਈ एक प्रधान ਨੂੰ ਜ਼ਰੂਰਤ ਹੁੰਦੀ ਹੈ ਆਪਦੇ ਨਾਲ ਉਹ ਸ਼ਖਸ ਦੀ ਜਿਹੜਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ 24 ਘੰਟੇ ਉਹਦਾ ਸਾਥ ਦੇਵੇ, ਉਹਦੀ ਪਰਛਾਈ ਬਣੇ। ਮੈਂ ਅਬੋਹਰ ਵਪਾਰ ਮੰਡਲ ਦੇ ਲਈ ਜਿਹੜੀ ਜਨਰਲ ਸੈਕਟਰੀ ਲਈ ਪੋਸਟ ਹੈ ਤੇ ਮੈਂ ਉਮੀਦ ਕਰਦਾ ਕਿ ਉਹ ਖਰੇ ਵੀ ਉਤਰਨਗੇ ਉਹਦੇ ਉੱਤੇ। ਅਭਿਸ਼ੇਕ ਸਿਡਾਣਾ ਜੀ ਨੂੰ ਵਪਾਰ ਮੰਡਲ ਅਬੋਹਰ ਦਾ ਜਨਰਲ ਸੈਕਟਰੀ ਘੋਸ਼ਿਤ ਕਰਦਾ ਤੇ ਮੈਂ ਉਮੀਦ ਵੀ ਕਰਦਾ ਕਿ ਇਹ ਅਸੀਂ ਮਿਲ ਕੇ ਅਬੋਹਰ ਸ਼ਹਿਰ ਦੇ ਵਪਾਰੀਆਂ ਲਈ ਅੱਛੇ ਕੰਮ ਕਰਾਂਗੇ। ਅਭਿਸ਼ੇਕ ਜੀ ਆ ਜਾਓ। मैं बेनती करना मेरी बेनती श्री पाठक निर्मला जी ਨੂੰ ਕਿ ਅਭਿਸ਼ੇਕ ਜੀ ਨੂੰ ਫੁੱਲ ਮੈਲਾ ਪਹਿਨਾ ਕੇ ਵਿਧੀ ਪੂਰਵਕ ਤਰੀਕੇ ਦੇ ਨਾਲ ਇਹਨਾਂ ਨੂੰ ਅਬੋਹਰ ਵਪਾਰ ਮੰਡਲ ਦੇ ਜਨਰਲ ਸੈਕਟਰੀ श्री पाठक निर्मला जी। ਇਸ ਤੋਂ ਬਾਅਦ ਹੁਣ ਮੇਰੀ ਬੇਨਤੀ श्री ਰਣਧੀਰ ਗੱਬਾ ਜੀ ਨੂੰ एक बहुत बड़ी जिम्मेवारी होती है। सॉरी मैं विजय जी ਤੁਹਾਨੂੰ डिस्टर्ब ਕੀਤਾ। एक बहुत बड़ी जिम्मेवारी होती है किसी भी व्यापार मंडल ਨੂੰ ਜਦੋਂ ਚਲਾਉਣਾ ਹੁੰਦਾ ਤਾਂ ਦੇਖੋ ਜੀ ਉਹਦੇ ਵਾਸਤੇ ਫੰਡ ਦੀ ਵੀ ਲੋੜ ਹੁੰਦੀ ਹੈ, ਉਸ ਨੂੰ ਖਰਚਣ ਦੀ ਵੀ ਲੋੜ ਹੁੰਦੀ ਹੈ ਤੇ ਉਹਦਾ ਹਿਸਾਬ ਕਿਤਾਬ ਰੱਖਣ ਦੀ ਵੀ ਲੋੜ ਹੁੰਦੀ ਹੈ। लेकिन एक गल मैं ਤੁਹਾਨੂੰ ਯਕੀਨੀ ਬਣਾਉਂਦਾ ਕਿ ਜੋ ਪਿਛਲੇ 70 ਸਾਲਾਂ ਦੇ ਵਪਾਰ ਮੰਡਲ ਵਿੱਚ ਹੋਇਆ ਉਹ ਅਬੋਹਰ ਦੇ ਇਸ ਵਪਾਰ ਮੰਡਲ ਦੇ ਵਿੱਚ ਨਹੀਂ ਹੋਏਗਾ। ਅੱਜ ਤੱਕ 70 ਸਾਲ ਦੇ ਵਪਾਰ ਮੰਡਲ ਦੇ ਇਤਿਹਾਸ ਵਿੱਚ ਵਪਾਰ ਮੰਡਲ ਨੂੰ ਰਜਿਸਟਰਡ ਨਹੀਂ ਕਰਾਇਆ ਗਿਆ ਕਦੇ। ਮੇਰੀ ਬਾਬਾ ਜੀ ਨਾਲ ਇਸ ਬਾਰੇ ਬਹੁਤ ਲੰਬੀ ਗੱਲ ਹੋਈ। ਮੈਂ ਉਹਨਾਂ ਨੂੰ ਕਿਹਾ ਸਰ ਅਸੀਂ ਵਪਾਰੀਆਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੇ ਹਾਂ ਤੇ ਸਾਨੂੰ ਸਲਾਹ ਦਿਓ ਕਿ ਅਸੀਂ ਵਪਾਰੀਆਂ ਦਾ ਵਿਸ਼ਵਾਸ ਕਿਵੇਂ ਜਿੱਤ ਸਕਦੇ ਹਾਂ। ਤਾਂ ਬਾਬਾ ਜੀ ਨੇ ਬਹੁਤ ਵਧੀਆ ਸਲਾਹ ਦਿੱਤੀ ਕਿ ਕਹਿੰਦੇ ਤੁਸੀਂ ਵਪਾਰ ਮੰਡਲ ਨੂੰ ਰਜਿਸਟਰ ਕਰਾ ਕੇ ਜਿੰਨਾ ਵੀ ਇਹਦਾ ਤੁਸੀਂ ਫੰਡ ਅਰੇਂਜ ਕਰੋਗੇ ਜਾਂ ਜੋ ਖਰਚੇ ਕਰੋਗੇ ਉਹਦਾ ਹਿਸਾਬ ਕਿਤਾਬ ਹਰ ਸਾਲ ਵਪਾਰੀਆਂ ਦੇ ਟੇਬਲ ਤੇ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਬਣੇ ਕਿ ਇਹ ਸਾਡਾ ਜਿਹੜਾ ਫੰਡ ਹੈ ਜਾਂ ਸਾਡੀ ਜਿਹੜੀ ਅਸੀਂ ਮਿਹਨਤ ਦੀ ਪੈਸੇ ਇਹਨਾਂ ਨੂੰ ਦੇ ਰਹੇ ਹਾਂ ਇੱਕ ਆਰਗੇਨਾਈਜੇਸ਼ਨ ਚਲਾਉਣ ਵਾਸਤੇ ਉਹ ਸਹੀ ਤਰੀਕੇ ਨਾਲ ਖਰਚ ਹੋ ਰਹੀ ਹੈ। ਤਾਂ ਅਗਲਾ ਵਪਾਰ ਮੰਡਲ ਜਿਹੜਾ ਹੋਏਗਾ ਉਹ ਰਜਿਸਟਰਡ ਹੋਏਗਾ ਜਿਹਦੀ ਅਸੀਂ ਪ੍ਰੋਸੈਸ ਪਾ ਦਿੱਤਾ ਗਿਆ ਹੈ। ਤੁਹਾਡੇ ਲਈ ਸਾਰਿਆਂ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਕਿ ਅਸੀਂ ਵਪਾਰ ਮੰਡਲ ਨੂੰ ਰਜਿਸਟਰਡ ਕਰਾ ਰਹੇ ਹਾਂ ਤੇ ਉਸ ਦੀ ਜਿਹੜੀ ਸਾਰਿਆਂ ਨਾਲੋਂ ਜ਼ਰੂਰੀ ਪੋਸਟ ਹੈ ਕੈਸ਼ੀਅਰ ਦੀ ਜਿਹਨੇ ਉਹ ਹਿਸਾਬ ਕਿਤਾਬ ਰੱਖਣਾ ਹੁੰਦਾ ਹੈ। ਮੈਂ ਰਣਧੀਰ ਗੱਬਾ ਜੀ ਨੂੰ ਐਜ਼ ਏ ਕੈਸ਼ੀਅਰ ਵਪਾਰ ਮੰਡਲ ਦਾ ਰਣਧੀਰ ਜੀ ਆਜੋ ਪਲੀਜ਼। ਸੰਸਥਾਨ ਤੇ ਇੱਕ ਵੱਡੇ ਸ਼ਖਸ ਦੀ ਬਹੁਤ ਲੋੜ ਹੁੰਦੀ ਹੈ ਜਿਹੜਾ ਉਹਨਾਂ ਨੂੰ ਸੰਭਾਲੇ, ਉਹਨਾਂ ਨੂੰ ਹੌਸਲਾ ਦੇਵੇ, ਉਹਨਾਂ ਨੂੰ ਕਹੇ ਪਰਵਾਹ ਨਾ ਕਰੋ ਪੁੱਤਰ ਅਸੀਂ ਤੁਹਾਡੇ ਨਾਲ ਖੜੇ ਆ, ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਂ ਤੁਹਾਡੇ ਨਾਲ ਡਟ ਕੇ ਖੜਾ। ਵਪਾਰ ਮੰਡਲ ਦੇ ਚੇਅਰਮੈਨ ਦੇ ਲਈ ਮੈਂ ਨਾਮ ਰੱਖਣਾ ਚਾਹੁੰਦਾ ਸ਼੍ਰੀ ਰਾਜੀਵ ਸੋਨੀ ਜੀ ਦਾ। ਇਸ ਤੋਂ ਬਾਅਦ ਇੱਕ ਪਰਿਵਾਰ ਦੇ ਉਹਨਾਂ ਸ਼ਖਸ ਦੀ ਵੀ ਲੋੜ ਹੁੰਦੀ ਹੈ ਜਿਹੜੇ ਨਾਲ ਵੀ ਖੜਦੇ ਨੇ, ਸਹਿਯੋਗ ਵੀ ਕਰਦੇ ਨੇ, ਜਿਹਨੂੰ ਪੈਟਰਨ ਆਪਾਂ ਕਹਿੰਦੇ ਆ। ਤਾਂ ਪੈਟਰਨ ਲਈ ਮੈਂ ਸਾਡੇ ਬੜੇ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਅਰਵਿੰਦ ਬਾਲਾ ਬਿੰਡਾ ਜੀ, ਇਹਨਾਂ ਦੇ ਨਾਲ ਅਨੂ ਅਰੋਜਾ ਜੀ
ਤੇ ਨੌਰੰਗ ਨੰਦੀਵਾਲ ਜੀ ਜਿਹੜੇ 3 ਪੈਟਰਨ ਨੇ ਉਹਨਾਂ ਦਾ ਨਾਮ ਅਨਾਉਂਸ ਕਰਨਾ। ਹੁਣ ਮੈਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਇਸ ਸੰਸਥਾ ਦੇ ਹੋਣਗੇ, ਉਸ ਤੋਂ ਪਹਿਲਾਂ ਇੱਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਹਦੇ ਲਈ ਸਾਨੂੰ ਬਹੁਤ ਜ਼ਰੂਰੀ ਸੀ, ਮਾਰਕੀਟ ਦੇ ਇੱਕ ਇਹੋ ਜਿਹੇ ਸ਼ਖਸ ਸੀ ਜਿਹੜਾ ਸਾਫ਼ ਸੁਥਰੀ ਛਵੀ ਦਾ ਮਾਲਕ ਹੋਵੇ ਤੇ ਵਧੀਆ ਸਾਡਾ ਮਾਰਗਦਰਸ਼ਨ ਕਰ ਸਕੇ। ਮੈਂ ਸ੍ਰੀ ਸ਼ੀਤਲ ਮੁੰਜਾਲ ਜੀ ਨੂੰ ਬੇਨਤੀ ਕਰਾਂਗਾ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਈ ਸਾਡੇ ਸਮਕਸ਼ ਆਉਣਗੇ ਤੇ ਇਸ ਜ਼ਿੰਮੇਵਾਰੀ ਨੂੰ ਸੰਭਾਲਣਗੇ। ਇੱਕ ਬੇਨਤੀ ਹੈ ਕਿ ਜਦੋਂ ਇਹ ਸ਼ਖਸ ਜਿਹਦੇ ਵਿੱਚ ਅਸੀਂ ਅਨਾਉਂਸ ਕਰ ਰਹੇ ਹਾਂ, ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋਗੇ ਸਟੇਜ ਤੇ ਜਾਂ ਪਹਿਲੀ ਵਾਰੀ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੋਵੇਗਾ, ਪਰ ਮੇਰੀ ਜੋ ਇਹਨਾਂ ਨਾਲ ਸਰ ਪਲੀਜ਼ ਤੁਸੀਂ ਸਟੇਜ ਤੇ ਆ ਜਾਓ, ਪਰ ਮੇਰੀ ਜਦੋਂ ਇਹਨਾਂ ਨਾਲ ਬੈਠ ਕੇ ਕਹਿਣ ਗੱਲ ਹੋਈ, ਮੇਰੇ ਤੇ ਇਹਨਾਂ ਦੇ ਵਿਚਾਰ ਬਹੁਤ ਸਾਰੇ ਦਿੰਦੇ ਸੀ। ਇਹ ਸਾਰਿਆਂ ਨੇ ਇੱਕੋ ਗੱਲ ਕਹੀ ਕਿ ਅਸੀਂ ਵਪਾਰ ਮੰਡਲ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਲਈ ਤਨ ਮਨ ਤੇ ਧਨ ਨਾਲ ਪੰਕਜ ਜੀ ਤੁਹਾਡੇ ਨਾਲ ਆ, ਸਾਡੀ ਤੁਸੀਂ ਜਿੱਥੇ ਜ਼ਿੰਮੇਵਾਰੀ ਲਓਗੇ ਅਸੀਂ ਖੜਾਂਗੇ। ਤਾਂ ਮੈਨੂੰ ਇੰਨਾ ਹੌਸਲਾ ਬਹੁਤ ਹੈ ਸਰ ਤੁਹਾਡਾ ਸਾਰਿਆਂ ਦਾ। ਬਾਕੀ ਮੈਂ ਫਿਰ ਵੀ ਸਾਰੇ ਵਪਾਰੀ ਭਰਾਵਾਂ ਨੂੰ ਨਾਲ ਲੈ ਕੇ ਆਪਾਂ ਚੱਲਾਂਗੇ ਤੇ ਇਹਦੇ ਲਈ ਅੱਗੇ ਵਧਾਂਗੇ। ਹੁਣ ਵਾਈਸ ਪ੍ਰੈਜ਼ੀਡੈਂਟ ਲਈ ਮੈਂ ਨਾਮ ਜਿਹੜੇ ਰੱਖੇ ਨੇ ਉਹਨਾਂ ਲਈ ਸ਼੍ਰੀ ਜੁਗਨੂ ਸੋਨੀ ਜੀ ਦਾ ਨਾਮ ਅਨਾਉਂਸ ਕਰਾਂਗਾ। ਸ਼੍ਰੀ ਜੁਗਨੂ ਸੋਨੀ ਜੀ ਜਵੈਲਰਸ ਦਾ ਕੰਮ ਕਰਦੇ ਨੇ 9 ਨੰਬਰ ਬਾਜ਼ਾਰ ਵਿੱਚ। ਇਹਨਾਂ ਦੇ ਨਾਲ ਹੀ ਇੱਕ ਬੜੀ ਹੀ ਮਸ਼ਹੂਰ ਸ਼ਖਸੀਅਤ ਜਿਨ੍ਹਾਂ ਨੇ ਸਾਰੇ ਸ਼ਹਿਰ ਨੂੰ ਸ਼ਾਇਦ ਸ਼ੂਗਰ ਦਾ ਮਰੀਜ਼ ਵੀ ਕਰਤਾ ਹੈ, ਕਿਉਂਕਿ ਇਹਨਾਂ ਦੇ ਬੇਕਰੀ ਦਾ ਕੇਕ ਬੜਾ ਵਧੀਆ ਤੇ ਸਾਰੇ ਸ਼ਹਿਰ ਦੇ ਵਿੱਚ ਫਿਰਦਾ। ਸ੍ਰੀ ਰਵਿੰਦਰ ਕੁਮਾਰ ਨਿੰਪੀ ਜੀ ਸਾਡੇ ਭਰਾ, ਇਹਨਾਂ ਨੂੰ ਵੀ ਵਾਈਸ ਪ੍ਰੈਜ਼ੀਡੈਂਟ ਮੈਂ ਚਾਹਾਂਗਾ ਕਿ ਸਾਡੇ ਨਾਲ ਤੇ ਮਾਵਾ ਨਿਭਾਣੇ। ਅਰੁਣ ਸਿਟਾਣਾ ਜੀ ਨੂੰ ਬੇਨਤੀ, ਸਾਡੇ ਵਪਾਰ ਮੰਡਲ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਅਰੁਣ ਸਿਟਾਣਾ ਜੀ, ਮੈਂ ਨਾਮ ਅਨਾਉਂਸ ਛੇਤੀ ਕਰ ਦੇਣਾ ਕਿਉਂਕਿ ਸਮੇਂ ਦੀ ਘਾਟ ਹੈ। ਅਮਿਤ ਸਿਟਾਣਾ ਜੀ, ਵਾਈਸ ਪ੍ਰੈਜ਼ੀਡੈਂਟ ਅਮਿਤ ਸਿਟਾਣਾ ਜੀ, ਮੈਂ ਬੇਨਤੀ ਕਰਾਂਗਾ ਕਿ ਸਾਡੇ ਜਿਹੜੇ ਵਪਾਰ ਮੰਡਲ ਦੇ ਸਾਥੀ ਨੇ, ਮੈਂ ਅਨਾਉਂਸ ਕਰਨਾ ਕਿ ਪਲੀਜ਼ ਇੱਧਰ ਆਓ, ਨਾਲ ਆਪਾਂ ਇਹਨਾਂ ਸਾਰਿਆਂ ਦਾ ਵੈਲਕਮ ਕਰੀਏ ਤੇ ਇਹਨਾਂ ਨੂੰ ਹਾਰ ਪਹਿਨਾਈਏ, ਇਹਨਾਂ ਨੂੰ ਆਪਣੀ ਟੀਮ ਦੇ ਵਿੱਚ ਵਰਤ ਦਈਏ। ਸ਼੍ਰੀ ਤੇ ਮੈਂ ਬੇਨਤੀ ਕਰਾਂਗਾ ਕਿ ਅੱਗੇ ਦੀ ਜਿਹੜੀ ਅਨਾਉਂਸਮੈਂਟ ਹੈ ਵਿਜੇ ਜੀ ਤੁਸੀਂ ਥੋੜਾ ਸੰਭਾਲਿਆ ਜੀ ਵਿੱਚ ਜਾਣਾ ਤੋਂ ਬਾਅਦ ਜੀ। ਸ਼੍ਰੀ ਸਨੀ ਫੁਟੇਲਾ ਜੀ, ਸ਼੍ਰੀ ਵਿਕਲ ਬਦਵਾ ਜੀ, ਸ਼੍ਰੀ ਇੰਦਰ ਸ਼ਰਮਾ ਜੀ, ਸਰਦਾਰ ਅਮਰਿੰਦਰ ਸਿੰਘ ਜੀ, ਸ਼ੇਰਾ रमेश सोनी जी, श्री ईशान डोडा जी, मेरी बेनती श्री रमेश सोनी जी, ईशान डोडा जी, शेरा जी, इंद्र शर्मा जी, विकल बदवा जी, प्लीज स्टेज पे आ जाएं। ये व्यापार मंडल पूरे अबोहर शहर का व्यापार मंडल है और सानू बहुत ही ज़्यादा खुशी हो रही है कि अज असी इस टीम के वाधा करन जा रहे हैं। और जो कार्यक्रम की अनाउंस की है पंकज जी ने, बड़े माण वाली गल है, बहुत ही वधिया सटीक कार्यक्रम की अनाउंसमेंट की जा रही है। और मेरी बेनती ऑर्गेनाइजर सैकटरी श्री पंकज हांडा जी गोनी जी ਨੂੰ, श्री रविंद्र शेरा जी प्लीज मंच ਤੇ ਆਉਣਗੇ।
श्री शान डोडा जी, रविंद्र शेरा जी, गुरमीत जी, साडे बहुत ही सत्कारयोग बड़े भी श्री ओपी त्रिखा जी ਨੂੰ मैं बेनती करूंगा कि साडे इस कार्यक्रम ਵਿੱਚ जॉइंट फैक्ट्री जो भी साडे ने ਉਹਨਾਂ ਸਾਰਿਆਂ ਦਾ ਫੂਲ ਮਾਲਾ ਪਹਿਨਾ ਕੇ ਉਹਨਾਂ ਨੂੰ ਇਹ ਆਸ਼ੀਰਵਾਦ ਦੇਣ ਤੇ ਵਪਾਰ ਮੰਡਲ ਦੀ ਕਾਰਜਕਰਨੀ ਦੇ ਵਿੱਚ ਨਿਰੰਤਰ ਸੰਘਰਸ਼ ਕਰਨ ਲਈ ਆਸ਼ੀਰਵਾਦ ਦੇਣ ਤੇ ਨਿਰਦੇਸ਼ ਦੇਣ। श्री बिंदर राणा जी, अश्विनी सोपल जी, अशोक गर्ग जी, श्री बिंदर राणा जी, श्री अश्विनी सोपल जी, श्री अशोक गर्ग जी, श्री अजय मेहता जी, हरीश गुप्ता जी, अशोक जी, अजय सिडाना जी, विजय भुवेजा जी, जी माला दे पंकज जी गलत हाँ जी सर भाई साहब जॉइंट सेक्रेटरी विजय भुवेजा जी, विजय जी, रईस गुप्ता जी, ऐसे कर लिया था कर लो रईस गुप्ता जी, ਹੁਣ ਮੇਰੀ ਬੇਨਤੀ ਸਾਡੀ ਕਾਰਜਕਰਨੀ ਦੇ ਲੀਗਲ ਐਡਵਾਈਜ਼ਰ श्री एडवोकेट इंद्रजीत बजाज जी, एडवोकेट अमित पसीजा बाबा जी, एडवोकेट तजिंदर खालसा जी ਨੂੰ, एडवोकेट करमन सिंह जी ਨੂੰ मैं बेनती करूंगा श्री ओपी त्रिखा जी स्टेज पे रहेंगे ते बेटा बागला जी ਨੂੰ क्यों मंच पे आएंगे तो जो लीगल एडवाइजर इस कार्यक्रम के लिए ਉਹਨਾਂ ਦਾ फूल माला पहना के आशीर्वाद देंगे श्री बेटा बागला जी। बागला जी का हाँ एडवोकेट इंद्रजीत जी, चेयरमैन साहब मेरे बड़े भरा सोनी साहब इतने कोल खड़े हैं। मैं भगीतों को दस दिया भी शायद मेरे तो कोई व्यापारी लुकिया नहीं आ, चाहे सोनी साहब ने मेरे समस्या ही पता बिना दसे चाहे बेटा जी समस्या ही पता, ठीक है। वो ਜਿਹੜੇ ਪਰਿਵਾਰ ਚ ਜੰਮਿਆ ਮੈਂ ਉੱਥੇ ਹਰੇਕ ਵਪਾਰੀ ਦੀ ਜਿਹੜੀ ਹੁੰਦੀ ਆ ਉਹ ਲੱਗੀ ਆਉਣ ਜਾਣ ਦਾ ਜਾਂ ਸਹਿਜਾਣਾ ਭਰਾਵਾਂ ਵਾਲਾ ਕੰਮ ਤੇ ਮੈਂ ਤੁਹਾਨੂੰ ਇਹ ਨਹੀਂ ਬੇਨਤੀ ਕਰਦਾ ਆ ਗਿਆ ਦੋਸਤਾਂ ਤੁਹਾਡਾ ਪਿਆਰ ਸਰਕਾਰ ਲੋਕਾਂ ਨੇ ਤੁਹਾਨੂੰ ਮਾਣ ਦਿੱਤਾ ਇਹਨੂੰ ਬਰਕਰਾਰ ਰੱਖਿਓ ਵੀ ਤਾਂ ਕਿ ਜੋ ਵੀ ਮੂਵਮੈਂਟਸ ਨੇ 42 ਸਾਡੇ ਹੋਰ ਦੇ ਗ੍ਰੇਡ ਦੇ 42 ਦੇ ਸ਼ਾਇਦ ਪਤਾ ਵੀ ਨਹੀਂ ਹੋਣਾ ਆ ਖੜੇ ਹੈ ਮਗਰ ਮੈਰਿਜ ਪੈਲੇਸ ਵਾਲੇ ਤੇ ਸ਼ਾਇਦ ਇਹਨਾਂ ਦੇ ਹਾਲਾਤ ਜੋ ਆਦਮੀ ਵਿੱਚ ਗੁਜ਼ਰ ਰਹੇ ਹੈ शायद वो किसी ने माड़े या तो माड़े हालात किसी व्यापार में नहीं हो जो मेरे को एक सारा बड़ी गल मैं पहला भी कहनी भुल गया मेरी एक मिनट बेनती सुन लो साडा होर आज की डेट के फाइनांसरां दे कोले बहुत बचा है छोटे दुकानदार खास कर जो मेरे को इंफॉर्मेशन ने 11 नंबर 9 नंबर मैं गलत नहीं कह रहा
10% ਗਿਆ ਜਾਂ ਮੈਂ ਕਹਿੰਦੀ 10% ਗਿਆ ਤੇ ਮੇਰੇ ਕੋਲ ਡਾਟਾ ਹੈ ਕਿਹੜੇ ਬੰਦੇ ਨੇ ਐਸ ਵਪਾਰੀ ਨੂੰ ਉਹ ਵੀ ਅੱਜ ਕਹਿ ਕੇ ਜਾਓ ਕਿ ਕਿਸੇ ਵਪਾਰੀ ਦਾ ਜੇ 20,000 ਨੇ ਤਾਂ ਲੱਖ ਦਾ ਚੈੱਕ ਨਹੀਂ ਮੰਗਦੇ ਲੱਗੂਗਾ ਚੈੱਕ ਦੇ ਵਿੱਚ ਇਹ ਵਿਸ਼ਵਾਸ ਪਾ ਕੇ ਜਾਓ ਜੇ 10% ਤੇ ਜਾ ਕੇ ਤੁਸੀਂ ਚਲੋ ਮਜਬੂਰੀ ਹੈ ਲੈਣ ਦਾ ਸਭ ਬਣਿਆ ਹਾਲਾਤ ਅੱਧੇ ਵਪਾਰੀਆਂ ਤੋਂ ਫਾਈਨਾਂਸਰ ਨੇ ਵੀ ਕਰਦੇ ਮੈਂ ਕਿਸੇ ਨਾਮ ਨਹੀਂ ਲੈਣਾ ਪਰ ਉਹ ਵੀ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੀ ਉਸ ਜੰਗਲ ਰਾਜ ਨੂੰ ਉਸ ਜਜਾਲ ਦਾ ਵਪਾਰੀ ਨੂੰ ਕਿਵੇਂ ਲੜਨਾ ਇਹਨਾਂ ਫਿਰ ਇੱਕ ਵਾਰ ਤੁਹਾਨੂੰ ਮੈਂ ਬਿਲਕੁਲ ਸ਼ੁਭਕਾਮਨਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਲੜੋਗੇ ਕੰਮ ਕਰੋਗੇ ਤਾਂ ਤੁਹਾਡੇ ਕੋਲੇ ਲੋਕ ਤੁਹਾਡੇ ਨਾਲ ਹੋਣਗੇ ਲੋਕ ਤੁਹਾਨੂੰ ਪਿਆਰ ਕਰਨਗੇ ਤੁਸੀਂ ਜੇ ਮੈਨੂੰ ਅੱਜ ਉਮਰ ਦਿੱਤੀ ਹੈ ਜੋ ਮੇਰੇ ਕੋਲ ਫੀਡਬੈਕ ਮੈਂ ਇਹਦਾ ਸ਼ੁਕਰਾਨਾ ਧੰਨਵਾਦ ਬਜਾਜ ਸਾਹਿਬ। ਜਿਵੇਂ ਬਜਾਜ ਸਾਹਿਬ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੇ ਬਹੁਤ ਸਾਰੇ ਵਪਾਰੀ ਜਿਹੜੇ ਫਾਈਨੈਂਸਰ ਨੇ ਉਹਨਾਂ ਦੇ ਜਾਲ ਵਿੱਚ ਫਸੇ ਹੋਏ ਨੇ। ਬਜਾਜ ਸਾਹਿਬ ਕੋਈ ਨਹੀਂ, ਆਪਾਂ ਇਹ ਸਾਰਾ ਜਿਹੜਾ ਹੈ ਮਸਲਾ ਇਹ ਵੀ ਹੱਲ ਕਰਾਂਗੇ ਵਪਾਰੀਆਂ ਨੂੰ ਇਹਨਾਂ ਦੇ ਚੁੰਗਲ ਵਿੱਚੋਂ ਕਿਵੇਂ ਕੱਢਣਾ ਹੈ ਤੇ ਕਿਵੇਂ ਨਜਾਇਜ਼ ਵਿਆਜ ਲੈ ਕੇ ਵਪਾਰੀਆਂ ਨੂੰ ਪਰੇਸ਼ਾਨ ਕਰਦੇ ਨੇ ਆਪਾਂ ਉਸ ਦਾ ਹੱਲ ਵੀ ਭਰਾ ਬੈਠ ਕੇ ਜ਼ਰੂਰ ਕੱਢਾਂਗੇ। ਅੱਗੇ ਦੀ ਕਾਰਵਾਈ ਵਿਜੇ ਜੀ ਨੂੰ कार्यकारिणी ਦੇ ਵਿੱਚ ਜੋ ਪੀਆਰਓ ਪਬਲਿਕ ਰਿਲੇਸ਼ਨਸ਼ਿਪ ਆਫਿਸਰ ਦਾ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਸਾਡੇ ਵੱਡੇ ਵੀਰ ਸ਼੍ਰੀ ਰਜਿੰਦਰ ਗੋੜੇਲਾ ਜੀ। ਮੈਂ ਬੇਨਤੀ ਕਰੂੰਗਾ ਸ਼੍ਰੀ ਰਜਿੰਦਰ ਗੋੜੇਲਾ ਜੀ ਨੂੰ ਕਿ ਉਹ ਮੰਚ ਤੇ ਆ ਕੇ ਸ਼੍ਰੀ ਰਜਿੰਦਰ ਗੋੜੇਲਾ ਜੀ, ਸ਼੍ਰੀ ਸੁਰਿੰਦਰ ਰਾਜपूत जी, श्री दविंदर कुमार जी, श्री अरविंदर चलाना जी। मैं जिन्होंने भी नाम अनाउंस कर रहे हैं मेरी बेनती है कि वो प्लीज मंच से आके अपनी इस जिम्मेवारी को ग्रहण कर। श्री गगन नागपाल जी, श्री ईशान जी गुप्ता, श्री राजेश कुमार जी, श्री रजनीश वर्मा जी, श्री राजकुमार जी, श्री तरुण वर्मा जी, श्री प्रेम कुमार जी। असी ये नाम जो है सारे प्रेस राही वीरां दे भेज देंगे। और सारे विचार जो पीआरओ श्री गौरव नागपाल जी, श्री धर्मेंद्र जी, प्रवीण जुनेजा काका जी मौजूद ने। ਅਸੀਂ ਉਹਨਾਂ ਨੂੰ ਵੀ ਵਧਾਈ ਦੇ ਰਹੇ ਹਾਂ ਇਸ ਕਾਰਜਕਾਰੀ ਦੇ ਵਿੱਚ ਆਉਣ ਲਈ। ਸਰਦਾਰ ਗੁਰਨਾਮ ਸਿੰਘ ਸੰਧੂ ਜੀ ਆਪਣੇ ਵਿਚਕਾਰ ਸਾਡੇ ਵਿਚਕਾਰ ਪਹੁੰਚ ਕੇ ਇਹਨਾਂ ਸਾਰੇ ਭਰਾਵਾਂ ਨੇ ਤੁਸੀਂ ਪਲੀਜ਼ ਕੋਈ ਮੰਚ ਤੇ ਆਓਗੇ ਪਲੀਜ਼ ਮੰਚ ਤੇ। ਵਾਹ ਜੀ ਵਾਹ ਨਾਗਪਾਲ ਜੀ, ਥੈਂਕ ਯੂ ਨਾਗਪਾਲ ਜੀ। धर्मेंद्र जी प्लीज। श्री प्रवीण जुनेजा जी, गुरनाम संधू जी, श्री रजनीश बत्रा जी, मीडिया के नाते मैं धर्मेंद्र जी खूब दरअसल ਦੇ ਵਿੱਚ ਲਾਈਵ ਹੋ ਕੇ ਵੀਡੀਓ ਬਣਾ ਰਹੇ ਸੀ ਤਾਂ ਲੇਟ ਹੋ ਗਏ। ਹੁਣ ਵੀ ਬੇਨਤੀ ਸਾਡੇ ਵੀਰ ਲਵਿਸ਼ ਬਦਵਾ ਜੀ ਨੂੰ, ਸ਼੍ਰੀ ਲਵਿਸ਼ ਬਦਵਾ ਜੀ। देखो हर एक साथी साडे वाल दोस्तों इस जगह ते मैं क्लीयर कर दिया कि मीडिया का मान सम्मान किया गया है। ਜਿਹੜੇ पदाधिकारी के रूप च नहीं है जो लोग मीडिया के रूप लोग आए थे उन्होंने सम्मानित किया गया व्यापार मंडल वालों। ठीक है, इस चीज़ को राजनीति नाल या इस चीज़ नाल किसी चीज़ नाल भी जोड़ के ना देखा जाए। श्री किशन लाल सोनी जी, नितिन गोयल जी, भीमसेन जी, किशन लाल जी। ਹੁਣ ਮੇਰੀ ਬੇਨਤੀ ਸ਼੍ਰੀ ਓਪੀ ਤ੍ਰਿਖਾ ਜੀ ਨੂੰ ਤੇ ਸ਼੍ਰੀ ਬਿੰਟਾ ਬਾਗਲਾ ਜੀ ਨੂੰ ਕਿ ਉਹ ਮੰਚ ਤੇ ਆ ਕੇ ਸ਼੍ਰੀ ਪੰਕਜ ਦੁੱਲਾ ਜੀ ਨੂੰ ਵਿਧੀ ਪੂਰਵਕ ਹਾਰ ਪਹਿਨਾ ਕੇ ਪੰਕਜ ਦੁੱਲਾ ਜੀ ਨੂੰ ਵੀ ਆਸ਼ੀਰਵਾਦ ਦੇ ਕੇ ਜਾਣ। श्री ओपी तरीका जी और
ਬਾਜਵਾ ਜੀ ਔਰ ਸ਼੍ਰੀ ਹਰੀਸ਼ ਗੇਰਾ ਜੀ ਥੋੜਾ ਆਸ਼ੀਰਵਾਦ ਸਰ ਬੱਚਿਆਂ ਨੂੰ ਚਾਹੀਦਾ ਜੀ ਸ਼੍ਰੀ ਹਰੀਸ਼ ਗੇਰਾ ਜੀ ਨਾਲ ਹੀ ਖੜੇ ਹੋ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਵੀ ਨਾਲ ਹੋ ਜੀ ਤੁਸੀਂ ਹਾਰ ਪਾ ਲਈ ਬਾਬਾ ਜੀ ਮੈਂ ਹਾਰ ਪਾ ਲਈ श्री सुनील वर्मा जी सारे भी ਤੇ ਦੋਸਤੋ ਤੁਸੀਂ ਸਾਰਿਆਂ ਨੂੰ ਜਾਣਕਾਰੀ ਦੇ ਦਿਆਂ ਕਿ ਪੰਕਜ ਨਰੂਲਾ ਜੀ ਨੇ ਆਪਣੀ ਜਿਹੜੀ ਕਾਰਜ ਕਰਨੀ ਹੈ ਉਹ ਘੋਸ਼ਿਤ ਕਰ ਦਿੱਤੀ ਹੈ। श्री संजीव गावा जी ने मेरी बेनती कि वो मंच से आके श्री संजीव गावा जी कि वो मंच से आके ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ। हौसला दोगे ਇਸੇ ਤਰ੍ਹਾਂ ਦੇ ਲੇਟੈਸਟ ਅਪਡੇਟ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿ ਸਕਦੇ ਹੋ। ਸਾਡੇ ਚੈਨਲ ਨੂੰ ਜੇ ਤੁਸੀਂ ਨਵੀਂ ਪਹਿਲੀ ਵਾਰ मेरी ਦੇਖ ਰਹੇ ਹੋ बेनती ਤਾਂ follow श्री ਜ਼ਰੂਰ रणदीप गावा जी ਕਰਿਓ। ने ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ।